ਕਸ਼ਮੀਰ ਦੇ ਵਿੱਚ ਸ੍ਰੀਨਗਰ ਵਿੱਚ ਉੱਥੇ ਜਿਹੜੀ ਕਿ ਘਟਨਾ ਵਾਪਰੀ ਹੈ ਸਾਡੀ ਸਿੱਖ ਬੱਚੀ ਦੇ ਨਾਲ, ਉਹ ਘੋਰ ਨਿੰਦਣਯੋਗ ਹੈ। ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਉੱਥੇ ਕੀ ਗੱਲ ਵਾਪਰੀ ਤੇ ਕਿਵੇਂ ਸਾਰਾ ਮਸਲਾ ਉੱਥੇ ਸਾਹਮਣੇ ਆਇਆ। ਕਿ ਜੇ ਅਸੀਂ ਧਰਮ ਪਰਿਵਰਤਨ ਦੀ ਗੱਲ ਕਰੀਏ, ਇਹ ਸਾਡਾ ਨਵਾਂ ਕੇਸ ਨਹੀਂ ਹੈ। ਸਾਡੇ ਕਾਫੀ ਕੇਸ ਹੋ ਚੁੱਕੇ ਨੇ। ਸਾਡੇ ਮੇਰੇ ਖਿਆਲ ਕਾਫੀ ਲੜਕੀਆਂ 100 ਤੋਂ ਉੱਪਰ ਚਲੀਆਂ ਗਈਆਂ ਹਨ। ਅਸੀਂ ਇੱਥੇ 1990 ਤੋਂ ਲੈ ਕੇ ਇਸ ਵਕਤ ਤੱਕ ਇਸ ਮਿਲੀਟੈਂਸੀ ਦਾ ਸੰਤਾਪ ਆਪਣੇ ਸੀਨੇ ਤੇ ਹੰਢਾਇਆ ਹੈ। ਭਾਵੇਂ ਇਹਨਾਂ ਨੇ ਸੁਪਰੀਮ ਕੋਰਟ ਦੇ ਮੁਤਾਬਕ ਇਹਨਾਂ ਨੇ ਲਾ ਪਾਸ ਕੀਤਾ ਹੈ ਇੰਟਰਕਾਸਟ ਮੈਰਿਜ, ਬੱਚਾ ਜਵਾਨ ਹੋ ਗਿਆ ਜਿੱਧਰ ਮਰਜ਼ੀ ਉਧਰ ਜਾ ਸਕਦਾ ਹੈ ਜੀ, ਠੀਕ ਹੈ। ਇਹਨਾਂ ਨੇ ਕਾਨੂੰਨ ਪਾਸ ਕੀਤਾ ਹੈ, ਪਰ ਕਿ ਕਾਫੀ ਰਿਆਸਤਾਂ ਹਨ ਹਿੰਦੁਸਤਾਨ ਦੇ ਵਿੱਚ, ਜਿਸ ਤਰ੍ਹਾਂ ਮੱਧ ਪ੍ਰਦੇਸ਼ ਹੈ, ਉੱਤਰ ਪ੍ਰਦੇਸ਼ ਹੈ, ਕਿ ਜਦ ਤੱਕ ਕੁੜੀ ਦਾ ਮਾਪੇ ਐਕਸੈਪਟ ਨਾ ਕਰਨ ਕੁੜੀ ਦਾ ਆਪਣਾ ਇਸਲਾਮ ਜਾਂ ਹੋਰ ਕੋਈ ਧਰਮ, ਤਦ ਤੱਕ ਉਹਦਾ ਕੋਈ ਨਿਕਾਹ ਜਾਂ ਕਿਸੇ ਹੋਰ ਧਰਮ ਦੇ ਬੰਦੇ ਨਾਲ ਵਿਆਹ ਨਹੀਂ ਹੋ ਸਕਦਾ। ਸਾਡੇ 1.5 ਮਹੀਨੇ ਦੇ ਵਿੱਚ 3 ਕੁੜੀਆਂ ਦਾ ਧਰਮ ਪਰਿਵਰਤਨ ਕੀਤਾ ਗਿਆ ਹੈ। ਜੱਜ ਸਾਹਿਬ ਨੂੰ ਇਹ ਵੀ ਉਹਦੀ ਕਲਮ ਉੱਥੇ ਨਹੀਂ ਰੁਕੀ ਕਿ ਭਾਈ ਮੈਂ ਕਿਹੜਾ ਇਨਸਾਫ ਕਰ ਰਿਹਾ ਇੱਥੇ 50 ਸਾਲ ਦਾ ਮੁੰਡਾ ਤੇ 18 ਸਾਲ ਦੀ ਲੜਕੀ ਦੇ ਨਾਲ ਵਿਆਹ ਹੋ ਰਿਹਾ ਹੈ, ਹੋਰ ਉਹ ਵੀ ਐਸੇ ਨਾਲ ਜਿਹਦੇ ਅੱਗੇ 2 ਬੱਚੇ ਆ। ਲੜਕੇ ਵਾਲੇ ਦੇ ਮਾਪਿਓ ਨੂੰ ਬਿਲਕੁਲ ਉੱਥੇ ਬੁਲਾਇਆ ਗਿਆ ਤੇ ਲੜਕੀ ਵਾਲੇ ਦੇ ਮਾਪਿਓ ਨੂੰ ਕਿਉਂ ਨਹੀਂ ਬੁਲਾਇਆ ਗਿਆ? ਉਹਨੂੰ ਵੀ ਸੁਣਾਉਣਾ ਸੀ ਜੱਜ ਨੇ ਕਿ ਤੇਰੀ ਬੇਟੀ ਨੇ ਇਹ ਸਟੇਟਮੈਂਟ ਦਿੱਤੀ ਹੈ। ਅਸੀਂ ਬਿਲਕੁਲ ਨੌਜਵਾਨਾਂ ਨੂੰ ਇਹ ਗੱਲ ਆਖੀ ਕਿ ਅਸੀਂ ਡਟ ਕੇ ਰਹਿਣਾ ਹੈ, ਚਾਹੇ ਅੱਜ ਸਾਡੇ ਸੀਨੇ ਤੇ ਗੋਲੀ ਵੀ ਖਾਣੀ ਪਵੇ, ਪਰ ਅਸੀਂ ਅੱਜ ਇਨਸਾਫ ਇਹਨਾਂ ਨੂੰ ਦੱਸਾਂਗੇ ਕਿ ਇਨਸਾਫ ਕਿਸ ਨੂੰ ਕਹਿੰਦੇ ਹਨ। ਤੇ ਮੈਂ ਉਸ ਮੌਲਵੀ ਸਾਹਿਬ ਨੂੰ ਅਸੀਂ ਮੀਡੀਆ ਦੇ ਰਾਹੀਂ ਵੀ ਆਖਿਆ ਕਿ ਮੌਲਵੀ ਸਾਹਿਬ, ਤੈਨੂੰ ਸਾਡੀ ਇੱਕ ਬੱਚੀ ਦੇ ਵਾਸਤੇ ਤੁਹਾਡੀ ਸੈਂਕੜੇ ਬੱਚੇ ਸੀ ਲਾਇਆ ਕਿ ਇੱਕ ਬੱਚੀ ਦਾ ਇਨਸਾਫ ਹੀ ਤੁਸੀਂ ਨਹੀਂ ਕਰ ਸਕਦੇ। ਤੁਸੀਂ ਕਿਹੜੇ ਮੂੰਹ ਨਾਲ ਨਿਕਾਹ ਕੀਤਾ ਜੇ? ਤੁਸੀਂ ਕਿਹੜੇ ਮੂੰਹ ਨਾਲ ਨਿਕਾਹ ਕੀਤਾ ਹੈ ਕਿ ਤੁਸੀਂ ਉਸ ਪਿਛੋਕੜ ਵੱਲ ਨਜ਼ਰ ਮਾਰਦੇ ਹੋ? ਇਸ ਕੌਮ ਨੇ ਸਾਡੀਆਂ ਬੱਚੀਆਂ ਨੂੰ ਸੁਰੱਖਿਆ ਸਾਡੇ ਘਰ ਪਹੁੰਚਾਇਆ ਹੈ। ਜਿੱਥੇ ਇਹਨਾਂ ਨੂੰ ਕੋਰਟ ਨੇ ਵਿਆਹ ਕਰਾਇਆ ਹੈ, ਉੱਥੇ ਇਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਹੈ। 2 ਸਿਪਾਹੀ ਨਾਲ ਦਿੱਤੇ ਨੇ। ਸਿੱਖ ਕੌਮ ਨੇ ਲੋਕਾਂ ਦੀਆਂ ਬੱਚੀਆਂ ਛੜਾ ਕੇ ਲਿਆਈਆਂ। ਆਪਣੀ ਬੱਚੀ ਕਿਹੜੀ ਮੁਸ਼ਕਿਲ ਸੀ, ਲੇਕਿਨ ਜੇ ਪ੍ਰਸ਼ਾਸਨ ਉਹਨਾਂ ਲੋਕਾਂ ਦਾ ਸਾਥ ਨਾ ਦੇਵੇ, ਅਸੀਂ ਜਾਣਦੇ ਹਾਂ ਛੜਾਉਣਾ। ਉਹ ਇਹਨਾਂ ਹੀ ਕਹਿੰਦੇ ਹਨ, जो चेत आप मेरे साथ नहीं चली तो तेरे सारे परिवार को मार देंगे, क्योंकि इत्थे जो वातावरण है वही चल रहा है। जिथे आज तक कितनी कत्लो गारत हुई पर किसी को सजा नहीं मिली। इत्थे आने वाले समय विच किहो जे उपराले कीते जाणगे या किहो जिहियां सुविधावां या किहो जिहा प्रचार कीता जावेगा जिस दे नाल साडे बच्चियां नूं कोई दूसरा धर्म वरगला के अपने नाल लैके जावे। वाहिगुरू जी का खालसा वाहिगुरू जी की फतेह। तुसीं देख रहे हो पंजाबी विरासत USA चैनल। मैं हाँ चरणजीत कौर UK तो। जिवें आप जी जानते हो कि 1-2 दिन हो गए ने कश्मीर का मसला भखदा ही जा रहा है, क्योंकि उत्थे वारदात ही कुछ अजिही वापरी है जिहड़ी घोर निंदणयोग है। साडे सिखां दीयां धीआं भैणां नूं बंदूक दी कनबट्टी दे नाल अगवा किया जाता है, फिर उन्हां दे नाल जबरन धर्म बदला किया जाता है अते फिर उन्हां दे नूं निकाह के अपने नाल लेके जाया जाता है। एक खौफनाक डर सिखां दे उपर भयभीत होया पिया। जितने भी सिख ने कश्मीर दे, जम्मू दे जां उस इलाके विच रहिंदे होए, वो सारे समय काफ़ी खौफ दे विच हन, काफ़ी
ਭੈਭੀਤ ਹੋਏ ਪਏ ਹਨ। ਦਿਲਾਂ ਵਿੱਚ ਡਰ ਛਾਇਆ ਹੋਇਆ ਹੈ ਕਿ ਸਾਡੀ ਧੀਆਂ ਭੈਣਾਂ ਨਾਲ ਹੁੰਦਾ ਕੀ ਪਿਆ ਜਾਂ ਸਿੱਖਾਂ ਨਾਲ ਹੁੰਦਾ ਕੀ ਪਿਆ। ਮਾਈਨੋਰਿਟੀ ਹੋਣ ਦੇ ਕਰਕੇ ਇਤਨਾ ਜ਼ਿਆਦਾ ਤਸ਼ੱਦਦ, ਜੇ ਦੇਖਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਹੀ ਆਪ ਜੀ ਨੇ ਦੇਖਿਆ ਸੀ, ਸ਼ਾਇਦ ਯਾਦ ਵੀ ਹੋਇਆ ਆਪ ਸਭ ਨੂੰ, ਕਿ ਉਹਨਾਂ ਧਰਮਾਂ ਦੀਆਂ ਕੁੜੀਆਂ ਨੂੰ ਕੋਈ ਚੁੱਕ ਕੇ ਲੈ ਕੇ ਗਏ ਸਨ ਤੇ ਇਹ ਸਿੰਘ ਅੱਗੇ ਹੋ ਕੇ ਇਹਨਾਂ ਨੇ ਉਹਨਾਂ ਦੀ ਸਿੰਘਾਂ ਧੀਆਂ ਨੂੰ ਬਿਲਕੁਲ ਬਾਇਜ਼ਤ ਉਹਨਾਂ ਦੇ ਘਰੇ ਪਹੁੰਚਾਇਆ ਸੀ। ਕੀ ਉਹੀ ਕੌਮ ਹੈ ਜਾਂ ਇਹਨਾਂ ਦੇ ਕੌਮ ਦੇ ਲੀਡਰ ਕੀ ਕਰਦੇ ਪਏ ਨੇ? ਸੋ ਇਹਨਾਂ ਦੇ ਬਾਰੇ ਇਹਨਾਂ ਜਿਹੜੇ ਸਾਡੇ ਸਿੰਘ ਉੱਥੇ ਹੈਗੇ ਨੇ, ਸਿੱਖ ਉੱਥੇ ਭਾਈ ਭਰਾ ਤੇ ਜੰਮੂ ਕਸ਼ਮੀਰ ਦੇ ਵਿੱਚ ਰਹਿ ਰਹੇ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਹੈ ਤੇ ਇਹ ਤੀਜੀ ਚੌਥੀ ਜਾਂ ਪੰਜਵੀਂ ਵਾਰੀ ਇਹ ਕੰਮ ਹੋ ਚੁੱਕੇ ਨੇ। ਬੱਚਿਆਂ ਨੂੰ ਜਦੋਂ 18 ਸਾਲ ਦੇ ਹੁੰਦੇ ਨੇ ਤੇ ਨਾਲ ਹੀ ਉਹਨਾਂ ਨੂੰ ਵਰਗ ਲਾਇਆ ਜਾਂਦਾ ਹੈ। ਕਿਉਂ? ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਆਪਣੀ ਜ਼ਬਰਦਸਤੀ ਗਨ ਪੱਟੀ ਦੀ ਨੋਕ ਦੇ ਉੱਤੇ, ਪਿਸਟਲ ਦੀ ਨੋਕ ਦੇ ਉੱਤੇ ਉਹਨਾਂ ਦਾ ਧਰਮ ਬਦਲਾ ਕੀਤਾ ਜਾਂਦਾ ਹੈ। ਕਿਉਂ ਅੱਜ ਤੱਕ ਇਹਨਾਂ ਦੇ ਵਾਸਤੇ ਕਿਸੇ ਨੇ ਆਵਾਜ਼ ਨਹੀਂ ਉਠਾਈ? ਕਿੱਥੇ ਗਈਆਂ ਸਰਕਾਰਾਂ? ਕਿੱਥੇ ਗਏ ਸਾਡੇ ਆਗੂ? ਕਿੱਥੇ ਗਏ ਸਾਰੇ ਜਣੇ? ਕਾਫੀ ਸਵਾਲ ਇੱਥੇ ਉੱਠਦੇ ਨੇ ਕਿ ਜਿੱਥੇ ਮਾਈਨੋਰਿਟੀ ਹੁੰਦੀ ਏ ਉੱਥੇ ਕੋਈ ਬਾਂਹ ਪਕੜਨ ਵਾਲਾ ਨਹੀਂ ਹੁੰਦਾ। ਸੋ ਅਸੀਂ ਤੁਹਾਨੂੰ ਲੈ ਚਲਦੇ ਹਾਂ ਕਸ਼ਮੀਰ ਦੇ ਸ਼ਹਿਰ ਸ੍ਰੀਨਗਰ ਦੇ ਵਿੱਚ। ਸਾਡੇ ਨਾਲ ਜੁੜ ਚੁੱਕੇ ਹਨ ਸਰਦਾਰ ਸੰਤਪਾਲ ਸਿੰਘ ਜੀ, ਜੋ ਇਸ ਸਮੇਂ ਸ੍ਰੀਨਗਰ ਦੇ ਵਿੱਚ ਹਨ ਤੇ ਇਹਨਾਂ ਨੇ ਸਾਰਾ ਆਪ ਉੱਥੇ ਜਾ ਕੇ ਕੋਰਟ ਦੇ ਬਾਹਰ ਜਾ ਕੇ ਜੋ ਵਾਰਦਾਤ ਹੋਈ ਹੈ, ਜਿੰਨੀ ਵੀ ਸੰਸਥਾਵਾਂ ਸਨ ਉਹਨਾਂ ਦੇ ਨਾਲ ਰਲ ਮਿਲ ਕੇ ਉੱਥੇ ਸਾਰਾ ਕੁਝ ਕੀਤਾ ਹੈਗਾ। ਆਓ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੰਤਪਾਲ ਸਿੰਘ ਜੀ ਨਾਲ ਮਿਲਾਉਂਦੇ ਹਾਂ, ਫਤਿਹ ਬੁਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਸੰਤਪਾਲ ਸਿੰਘ ਜੀ ਦੇ ਮੁਖੋਂ ਸੁਣਾਂਗੇ ਕਿ ਉੱਥੋਂ ਦੇ ਕਿਹੋ ਜਿਹੇ ਹਾਲਾਤ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਜੀ ਆਇਆਂ ਨੂੰ ਤੇ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪੰਜਾਬੀ ਵਿਰਾਸਤ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈਗਾ। ਸੋ ਜੋ ਕਸ਼ਮੀਰ ਦੇ ਵਿੱਚ ਸ੍ਰੀਨਗਰ ਵਿੱਚ ਉੱਥੇ ਜਿਹੜੀ ਕਿ ਘਟਨਾ ਵਾਪਰੀ ਹੈ ਸਾਡੀ ਸਿੱਖ ਬੱਚੀ ਦੇ ਨਾਲ, ਉਹ ਘੋਰ ਨਿੰਦਣਯੋਗ ਹੈ। ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਉੱਥੇ ਕੀ ਗੱਲ ਵਾਪਰੀ ਤੇ ਕਿਵੇਂ ਸਾਰਾ ਮਸਲਾ ਉੱਥੇ ਸਾਹਮਣੇ ਆਇਆ। ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਆਪ ਜੀ ਦੇ ਚੈਨਲ ਦਾ, ਜਿਨ੍ਹਾਂ ਨੇ ਸਾਨੂੰ ਇਸ ਸੰਕਟ ਦੇ ਘੜੀ ਦੇ ਵਿੱਚ ਯਾਦ ਰੱਖਿਆ ਹੈ ਅਤੇ ਸਾਡਾ ਹੌਸਲੇ ਵਧਾਏ ਹਨ। ਠੀਕ ਹੈ, ਅਸੀਂ ਇੱਥੇ ਕਸ਼ਮੀਰ ਦੇ ਵਿੱਚ ਰਹਿ ਰਹੇ ਹਾਂ। ਇਹ ਜੰਮੂ ਕਸ਼ਮੀਰ ਰਿਆਸਤ ਹੈ, ਹਿੰਦੁਸਤਾਨ ਦੀ ਇੱਕ ਰਿਆਸਤ ਹੈ, ਪਰ ਜੰਮੂ ਖੇਤਰ ਜਿਹੜਾ ਹੈ ਉਹਦੇ ਵਿੱਚ ਹਿੰਦੂ ਮੈਜੋਰਟੀ ਜ਼ਿਆਦਾ ਹੈ ਤੇ ਸਿੱਖ ਵੀ ਉੱਥੇ ਕਾਫੀ ਰਹਿੰਦੇ ਨੇ। ਪਰ ਜਿੱਥੇ ਕਸ਼ਮੀਰ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਇਸ ਮੁਸਲਮਾਨਾਂ ਦੀ ਇੱਥੇ ਜ਼ਿਆਦਾ ਮੈਜੋਰਟੀ ਹੈ ਤੇ ਸਿੱਖ ਕੇਵਲ ਮਾਈਕਰੋ ਮੈਜੋਰਟੀ ਨੇ ਰਹਿ ਰਹੇ ਨੇ ਇੱਥੇ। ਤੇ ਤੁਹਾਨੂੰ ਅਸੀਂ ਗੱਲ ਦੱਸੀਏ, ਜੇ ਅਸੀਂ ਇੱਕ ਗੱਲ ਨਹੀਂ ਹੈ ਸਾਡੀ ਇੱਥੇ, ਇਹ ਗੱਲ ਜਿਹੜੀ ਹੈ ਕਿ ਜੇ ਅਸੀਂ ਧਰਮ ਪਰਿਵਰਤਨ ਦੀ ਗੱਲ ਕਰੀਏ, ਇਹ ਸਾਡਾ ਨਵਾਂ ਕੇਸ ਨਹੀਂ ਹੈ। ਸਾਡੇ ਕਾਫੀ ਕੇਸ ਹੋ ਚੁੱਕੇ ਨੇ। ਸਾਡੇ ਮੇਰੇ ਖਿਆਲ ਕਾਫੀ ਲੜਕੀਆਂ 100 ਤੋਂ ਉੱਪਰ ਚਲੀਆਂ ਗਈਆਂ ਹਨ, ਲੇਕਿਨ ਉਹਨਾਂ ਦੇ ਨਾਲ ਕੀ ਸੀ ਕਿ ਉਹਨਾਂ ਦੇ ਨਾਲ ਇੱਥੇ ਜਿਹੜੀ ਸਰਕਾਰ ਸੀ ਉਹ ਤਵੱਜੋ ਨਹੀਂ ਦੇ ਰਹੀ ਸੀ। ਪਰ ਅੱਜ ਸਾਨੂੰ ਉਮੀਦ ਹੋਈ ਸੀ ਕਿ ਭਾਰਤ ਦੇ ਵਿੱਚ ਜਿਹੜੀ ਸਰਕਾਰ ਆਈ ਹੈ ਉਹ ਪਿਓਰ ਹਿੰਦੂਆਂ ਦੀ ਆਈ ਹੈ, ਭਾਰਤੀ ਜਨਤਾ ਪਾਰਟੀ ਦੀ ਆਈ ਹੈ, ਤੇ ਸ਼ਾਇਦ ਸਾਨੂੰ ਕੋਈ ਰਿਆਇਤ ਮਿਲੇਗੀ, ਸਾਡੇ ਲਈ ਕੋਈ ਐਸਾ ਕਾਨੂੰਨ ਬਣੇਗਾ ਕਿ ਜਿਸ ਦੇ ਨਾਲ ਸਾਡੇ ਇੱਥੇ ਬੱਚੇ ਜਿਹੜੇ ਹਨ ਉਹ ਸੁਰੱਖਿਅਤ ਰਹਿ ਸਕਣ। ਆਪ ਜੀ ਜਾਣਦੇ ਹੋ ਕਿ ਅਸੀਂ ਕਦੇ ਵੀ ਸਿੱਖ ਧਰਮ ਦੇ ਲੋਕ, ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ, ਕਦੇ ਮੌਤ ਤੋਂ ਘਬਰਾਏ ਨਹੀਂ ਹਾਂ। ਭਾਵੇਂ ਮਾਰਨ ਵਾਲਾ ਮੁੱਕ ਗਿਆ ਹੈ, ਪਰ ਅਸੀਂ ਮਰਨ ਵਾਲੇ ਕਦੇ ਮੁੱਕੇ ਨਹੀਂ ਹਾਂ। ਪਰ ਅਸੀਂ ਇਸ ਚੀਜ਼ ਦਾ ਕੋਈ ਡਰ ਵੀ ਨਹੀਂ। ਅਸੀਂ ਇੱਥੇ 1990 ਤੋਂ ਲੈ ਕੇ ਇਸ ਵਕਤ ਤੱਕ ਇਸ ਮਿਲੀਟੈਂਸੀ ਦਾ ਸੰਤਾਪ ਆਪਣੇ ਸੀਨੇ ਤੇ ਹੰਢਾਇਆ ਹੈ। ਅਸੀਂ ਕਾਫੀ ਲੋਕਾਂ ਦੀ ਕੁਰਬਾਨੀ ਦੇ ਚੁੱਕੇ ਹਾਂ। ਇੱਥੇ ਸਾਡੇ ਕਾਫੀ ਨੌਜਵਾਨ, ਬੱਚੇ, ਬਜ਼ੁਰਗ ਇੱਥੇ ਗੋਲੀਆਂ ਦਾ ਸ਼ਿਕਾਰ ਹੋਏ, ਫਿਰ ਵੀ ਅਸੀਂ ਘਾਬਰੇ ਨਹੀਂ। ਫਿਰ ਵੀ ਅਸੀਂ ਪਰਬਤ ਵਾਂਗ ਅਡੋਲ ਖੜੇ ਰਹੇ ਹਾਂ ਇੱਥੇ। ਪਰ ਸਾਡਾ
ਹੌਸਲਾ ਅਤੇ ਸਾਡਾ ਜਿਹੜੀ ਇਹ ਤਾਕਤ ਹੈ ਇਹ ਕਿੱਥੇ ਗਿਰ ਜਾਂਦੀ ਹੈ ਜਦੋਂ ਕੋਈ ਸਾਨੂੰ ਕਿਸੇ ਬੱਚੀ ਦਾ ਕੇਸ ਆਂਦਾ ਹੈ ਤੇ ਅਸੀਂ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਬਿਲਕੁਲ ਅਸੀਂ ਚੁੱਪ ਹੋ ਜਾਂਦੇ ਹਾਂ। ਅਸੀਂ ਸਾਡੀ ਜਿਹੜਾ ਸਿਰ ਹੈ ਉਹ ਝੁਕ ਜਾਂਦਾ ਹੈ। ਪਰ ਜੇ ਅਸੀਂ ਹਿੰਦੁਸਤਾਨ ਦੇ ਕਾਨੂੰਨ ਦੀ ਗੱਲ ਕਰੀਏ, ਪਰ ਕਾਫੀ ਸਟੇਟਾਂ ਦੇ ਵਿੱਚ ਇਹ ਕਾਨੂੰਨ ਹੈ, ਭਾਵੇਂ ਇਹਨਾਂ ਨੇ ਸੁਪਰੀਮ ਕੋਰਟ ਦੇ ਮੁਤਾਬਕ ਇਹਨਾਂ ਨੇ ਲਾ ਪਾਸ ਕੀਤਾ ਹੈ ਇੰਟਰਕਾਸਟ ਮੈਰਿਜ, ਬੱਚਾ ਜਵਾਨ ਹੋ ਗਿਆ ਜਿੱਧਰ ਮਰਜ਼ੀ ਉਧਰ ਜਾ ਸਕਦਾ ਹੈ ਜੀ ਠੀਕ ਹੈ, ਇਹਨਾਂ ਨੇ ਕਾਨੂੰਨ ਪਾਸ ਕੀਤਾ ਹੈ। ਪਰ ਕਿ ਕਾਫੀ ਰਿਆਸਤਾਂ ਹਨ ਹਿੰਦੁਸਤਾਨ ਦੇ ਵਿੱਚ, ਜਿਸ ਤਰ੍ਹਾਂ ਮੱਧ ਪ੍ਰਦੇਸ਼ ਹੈ, ਉੱਤਰ ਪ੍ਰਦੇਸ਼ ਹੈ, ਕਿ ਜਦ ਤੱਕ ਕੁੜੀ ਦਾ ਮਾਪੇ ਐਕਸੈਪਟ ਨਾ ਕਰਨ ਕੁੜੀ ਦਾ ਧਰਮ ਆਪਣਾ ਇਸਲਾਮ ਜਾਂ ਹੋਰ ਕੋਈ ਧਰਮ, ਤਦ ਤੱਕ ਉਹਦਾ ਕੋਈ ਨਿਕਾਹ ਜਾਂ ਕਿਸੇ ਹੋਰ ਧਰਮ ਦੇ ਬੰਦੇ ਨਾਲ ਵਿਆਹ ਨਹੀਂ ਹੋ ਸਕਦਾ। ਪਰ ਇੱਥੇ ਗੱਲ ਹੈ ਕਿ ਅਸੀਂ ਇੱਥੇ ਬਿਲਕੁਲ ਮਾਈਕਰੋ ਮੈਜੋਰਟੀ ਦੇ ਵਿੱਚ ਹਾਂ। ਸਾਡੀ ਆਬਾਦੀ ਜਿਹੜੀ ਹੈ ਕਸ਼ਮੀਰ ਦੇ ਵਿੱਚ 0.5 ਦੇ ਕਰੀਬ ਹੈ। ਅਸੀਂ ਬਿਲਕੁਲ ਟਾਵੇਂ ਹਾਂ। ਕੁੱਲ ਸਾਡੀ 42,000 ਇੱਥੇ ਆਬਾਦੀ ਹੈ। ਸਾਡੀ ਲੱਖ ਤੋਂ ਉੱਪਰ ਸੀ, ਪਰ ਜਦੋਂ ਐਸੇ ਕੇਸ ਹੋਏ, ਜਦੋਂ ਧਰਮ ਪਰਿਵਰਤਨ ਦੇ ਕੇਸ ਹੋਏ ਜਾਂ ਮਿਲੀਟੈਂਸੀ ਆਈ ਜਾਂ ਬੇਰੁਜ਼ਗਾਰੀ ਦੇ ਚੱਕਰ ਵਿੱਚ ਵੀ ਸਾਡੇ ਵੀ ਲੋਕ ਜਿਹੜੇ ਇੱਥੋਂ ਪਲਾਇਨ ਕਰ ਗਏ ਹਨ। ਉਸ ਤੋਂ ਬਾਅਦ ਮੈਂ ਤੁਹਾਨੂੰ 2-3 ਸੁਣਾਉਣਾ ਚਾਹੁੰਦਾ ਹਾਂ ਵਾਕਿਆ। ਸਾਡੇ 1.5 ਮਹੀਨੇ ਦੇ ਵਿੱਚ 3 ਕੁੜੀਆਂ ਦਾ ਧਰਮ ਪਰਿਵਰਤਨ ਕੀਤਾ ਗਿਆ ਹੈ, ਮਗਰ ਅਸੀਂ ਕਾਫੀ ਪ੍ਰਸ਼ਾਸਨ ਨੂੰ ਦੌੜ ਧੂਪ ਵੀ ਕੀਤੀ ਹੈ, ਲੇਕਿਨ ਟਸੇ ਮਸ ਨਹੀਂ ਹੋਏ। ਅਸੀਂ ਕੋਰਟਾਂ ਵਿੱਚ ਵੀ ਗਏ ਹਾਂ, ਪਰ ਇਹਨਾਂ ਨੂੰ ਬਿਲਕੁਲ ਇਹ ਆਪਣਾ ਕਾਨੂੰਨ ਦੇ ਦਾਇਰੇ ਦੇ ਅੰਦਰ ਚਲਦਿਆਂ ਹੋਇਆਂ ਹੀ ਇਹ ਆਪਣਾ ਕੰਮ ਕਰ ਰਹੇ ਹਨ। ਪਰ ਜਿਹੜਾ ਅੱਜ ਅਸੀਂ ਸੁਣਵਾਈ ਕਿਧਰੇ ਵੀ ਨਹੀਂ ਹੋ ਰਹੀ ਹੈ, ਤੁਹਾਡੀ ਮਤਲਬ ਤੁਹਾਡੀ ਸੁਣਵਾਈ ਕਿਧਰੇ ਵੀ ਨਹੀਂ ਹੋ ਰਹੀ ਹੈ। ਤੁਸੀਂ ਕੋਰਟਾਂ ਬਿਲਕੁਲ ਸੁਣੋ ਨਾ ਤੁਸੀਂ, ਅਸੀਂ ਸੋਚਦੇ ਹਾਂ ਕਿ ਤੁਸੀਂ ਦੇਖ ਲਓ ਕਿ ਜਦੋਂ ਅਸੀਂ ਕਿਸੇ ਅਦਾਲਤ ਦੇ ਵਿੱਚ ਜਾਂਦੇ ਹਾਂ ਤੇ ਉਸੇ ਨਿਸ਼ਾਨ ਬਣਿਆ ਹੁੰਦਾ ਹੈ ਇੱਕ ਤਰਾਜ਼ੂ ਦਾ ਕਿ ਇਨਸਾਫ, ਤਕੜੀ ਦੇ ਦੋਵੇਂ ਪੱਲੇ ਇੱਕ ਤਰ੍ਹਾਂ ਹੁੰਦੇ, ਪਰ ਉਹਦੇ ਜਿਹੜਾ ਤੋਲਣ ਵਾਲਾ ਹੁੰਦਾ ਹੈ ਉਹਦੇ ਅੱਖਾਂ ਤੇ ਪੱਟੀ ਬਣੀ ਹੁੰਦੀ ਹੈ। ਪਰ ਇੱਥੇ ਬਿਲਕੁਲ ਜੱਜਾਂ ਦੇ ਅੱਖਾਂ ਤੇ ਵੀ ਪੱਟੀ ਬਿਲਕੁਲ ਬਣੀ ਹੋਈ ਹੈ। ਉਹ ਪੂਰਾ ਨਿਭਾ ਰਹੇ ਨੇ ਉਹ ਵਚਨ, ਕਿਉਂ ਕਿ ਜੇਕਰ ਬੱਚੀ ਦੀ ਉਮਰ ਜਿਹੜੀ ਹੈ ਉਹ 18 ਸਾਲ ਤੇ 1 ਮਹੀਨੇ ਹੈ। ਰੀਸੈਂਟਲੀ ਉਹ 1 ਮਹੀਨੇ ਤੋਂ ਬਾਲਗ ਹੋਈ ਹੈ, ਪਰ ਉਹ ਜਿਹੜਾ ਮੁੰਡਾ ਹੈ ਉਹਦੀ ਜਿਹੜੀ ਉਮਰ ਹੈ ਉਹ ਲਗਭਗ 50 ਸਾਲ ਦੇ ਕਰੀਬ ਹੈ। ਪਰ ਜੱਜ ਸਾਹਿਬ ਨੇ ਸਾਡੇ ਇਹਨਾਂ ਵਕੀਲਾਂ ਨੇ, ਖੈਰ ਵਕੀਲ ਤੇ ਉਹਨਾਂ ਦੀ ਹੱਕ ਦੀ ਗੱਲ ਕਰੇਗਾ, ਸਾਡੇ ਵਕੀਲ ਨੂੰ ਤਾਂ ਬੋਲਣਾ ਸਾਨੂੰ ਪਤਾ ਨਹੀਂ ਲਾਇਆ, ਲੇਕਿਨ ਕਿ ਉਹਨਾਂ ਨੂੰ ਜੱਜ ਸਾਹਿਬ ਨੂੰ ਇਹ ਵੀ ਉਹਦੀ ਕਲਮ ਉੱਥੇ ਨਹੀਂ ਰੁਕੀ ਕਿ ਭਾਈ ਮੈਂ ਕਿਹੜਾ ਇਨਸਾਫ ਕਰ ਰਿਹਾ ਇੱਥੇ 50 ਸਾਲ ਦਾ ਮੁੰਡਾ ਤੇ 18 ਸਾਲ ਦੀ ਲੜਕੀ ਦੇ ਨਾਲ ਵਿਆਹ ਹੋ ਰਿਹਾ ਹੈ। ਹੋਰ ਉਹ ਵੀ ਐਸੇ ਨਾਲ ਜਿਹਦੇ ਅੱਗੇ 2 ਬੱਚੇ ਹਨ। ਮਤਲਬ ਇਨਸਾਫ ਦੀ ਬਾਤ ਹੈ, ਇਨਸਾਫ ਦੀ ਵੀ ਹੱਦ ਹੋ ਚੁੱਕੀ ਹੈ ਇੱਥੇ ਜੁਡੀਸ਼ਰੀ ਬਿਲਕੁਲ ਕਹਿੰਦੇ ਨੇ ਕਾਨੂੰਨ ਅੰਦਰ ਹੁੰਦਾ ਤਾਂ ਕਾਨੂੰਨ ਅੰਦਰ ਹੀ ਹੈ, ਮਤਲਬ ਕਾਨੂੰਨ ਨੂੰ ਵੀ ਕੋਈ ਜਸਟਿਸ ਨਜ਼ਰ ਨਹੀਂ ਆ ਰਿਹਾ ਕਿ ਸਹੀ ਫੈਸਲਾ ਲੈ ਲਵੇ ਆਪਣਾ। ਬਿਲਕੁਲ ਚਲੋ ਅਗਰ ਇਹਨਾਂ ਨੇ ਬੱਚੀ ਪੁਲਿਸ ਦੀ ਕਸਟੋਡੀ ਵਿੱਚ ਲਈ ਤੇ ਇਹਨਾਂ ਨੂੰ ਜਾ ਕੇ ਤੇ ਅੰਦਰ ਜੱਜ ਸਾਹਿਬ ਦੇ ਕਮਰੇ ਵਿੱਚ ਲੈ ਗਏ। ਜੇਕਰ ਲੜਕੇ ਵਾਲੇ ਦੇ ਮਾਪਿਓ ਨੂੰ ਬਿਲਕੁਲ ਉੱਥੇ ਬੁਲਾਇਆ ਗਿਆ ਤੇ ਲੜਕੀ ਵਾਲੇ ਦੇ ਮਾਪਿਓ ਨੂੰ ਕਿਉਂ ਨਹੀਂ ਬੁਲਾਇਆ ਗਿਆ, ਉਹਨੂੰ ਵੀ ਸੁਣਾਉਣਾ ਸੀ ਜੱਜ ਨੇ ਕਿ ਤੇਰੀ ਬੇਟੀ ਨੇ ਇਹ ਸਟੇਟਮੈਂਟ ਦਿੱਤੀ ਹੈ। ਪਰ ਉਹਨਾਂ ਨੂੰ ਬਿਲਕੁਲ ਉੱਥੇ ਅੰਦਰ ਆਉਣ ਨਹੀਂ ਦਿੱਤਾ, ਸਿਰਫ ਬੇਟੇ ਵਾਲਿਆਂ ਨੂੰ ਆਉਣ ਦਿੱਤਾ। ਉਹਦਾ ਬਿਆਨ ਰਿਕਾਰਡ ਕੀਤੇ, ਰਿਕਾਰਡ ਕਰਨ ਤੋਂ ਬਾਅਦ ਉਸ ਨੂੰ ਉੱਥੇ ਹੀ ਉੱਥੇ ਹੀ ਰੱਖ ਦਿੱਤਾ ਕੋਰਟ ਦੇ ਵਿੱਚ। ਤੇ ਜਦੋਂ ਸਾਨੂੰ ਪਤਾ ਲੱਗਿਆ, ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਾਡੇ ਜਿੰਨੇ ਵੀ ਨੌਜਵਾਨ ਵੀਰ ਹਨ, ਜਥੇਬੰਦੀਆਂ, ਅਸੀਂ ਸਾਰੇ ਇੱਕਮੁੱਠ ਹੋ ਕੇ ਕੋਰਟ ਦਾ ਘਿਰਾਓ ਕੀਤਾ। ਜਦੋਂ ਅਸੀਂ ਕੋਰਟ ਦਾ ਘਿਰਾਵਾ ਕੀਤਾ ਤੇ ਕੋਰਟ ਦੇ ਵਿੱਚ ਉੱਥੇ ਜਿਹੜਾ ਕੰਸਰਨ SHO ਸੀ ਉਸ ਏਰੀਏ ਦਾ, ਉਹਨੇ
ਕਿਹਾ ਕਿ ਬਾਈ ਤੁਸੀਂ ਕੀ ਕਰ ਰਹੇ ਹੋ, ਹੈ ਕਿ ਲੜਕੀ ਤੁਹਾਡੀ ਜਿਹੜੀ ਹੈ ਉਹ ਇੱਥੋਂ ਨਿਕਲ ਚੁੱਕੀ ਹੈ। ਜੀ ਪਰ ਸਾਡਿਆਂ ਨੌਜਵਾਨਾਂ ਨੇ, ਅਸੀਂ ਬਿਲਕੁਲ ਨੌਜਵਾਨਾਂ ਨੂੰ ਇਹ ਗੱਲ ਆਖੀ ਕਿ ਅਸੀਂ ਡਟ ਕੇ ਰਹਿਣਾ ਹੈ, ਚਾਹੇ ਅੱਜ ਸਾਡੇ ਸੀਨੇ ਤੇ ਗੋਲੀ ਵੀ ਖਾਣੀ ਪਵੇ, ਪਰ ਅਸੀਂ ਅੱਜ ਇਨਸਾਫ ਇਹਨਾਂ ਨੂੰ ਦੱਸਾਂਗੇ ਕਿ ਇਨਸਾਫ ਕਿਸ ਨੂੰ ਕਹਿੰਦੇ ਹਨ। ਜੀ ਅਸੀਂ ਉੱਥੇ ਹੀ ਰਹੇ 11 ਵਜੇ ਤੱਕ ਰਾਤ ਦੇ। ਹਾਲੀ 11:15 ਹੋਏ ਨੇ ਇਸ ਵਕਤ। ਜਿਹੜਾ ਇਸ ਵਕਤ ਟਾਈਮ ਹੈ ਭਾਰਤ ਦਾ, ਉਹ 11:15 ਵਜੇ ਦਾ ਹੈ। ਇਹ ਸੇਵਾ 11 ਵਜੇ ਤੱਕ ਰਾਤੀ ਅਸੀਂ ਰਹੇ ਉੱਥੇ। ਤੇ ਕੁਦਰਤੀ ਜਦੋਂ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਗੱਲ ਕੀਤੀ, ਪ੍ਰਧਾਨ ਦੇ ਨਾਲ ਜਨਾਬ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਦੇ ਨਾਲ, ਹੋਰ ਵੀ ਆਪਣੇ ਨੇਤੇ ਜਨਾਂ ਦੇ ਨਾਲ ਜਿਹੜੇ ਸਾਡੇ ਸਾਥੀ ਹਨ, ਤੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਜ਼ੋਰ ਲਗਾਇਆ ਕਿ ਭਾਈ ਇੱਥੇ ਕਤਲੋ ਗਾਰਤ ਹੋ ਜਾਏਗਾ। ਤੇ ਫਿਰ ਉਹਨਾਂ ਨੇ ਇੱਕ ਸਪੈਸ਼ਲ ਐਸਪੀ ਨੂੰ ਬੁਲਾਇਆ, ਉਹਨੂੰ ਉਹਦੇ ਅੰਦਰ ਭੇਜ ਕੇ ਇਹਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਭਾਈ ਤੁਹਾਨੂੰ ਕੁੜੀ ਮਿਲ ਜਾਏਗੀ, ਅਸੀਂ ਕੁੜੀ ਮਾਪੇ ਦੇ ਹਵਾਲੇ ਕਰਾਂਗੇ। ਤੇ ਉਹਨਾਂ ਨੇ ਫਿਰ ਰਾਤ ਦੇ ਕੋਈ 11:15 ਵਜੇ ਇਸ ਵਕਤ ਦੇ ਟਾਈਮ ਨਾਲ ਉਹਨਾਂ ਨੇ ਕੁੜੀ, ਇੱਕ ਗੱਡੀ ਅਸੀਂ ਅੰਦਰ ਭੇਜੀ ਜਿਸ ਦੇ ਵਿੱਚ ਸਾਡੇ ਵੀਰ ਇੱਕ ਦੋ ਸਨ ਅਤੇ ਕੁੜੀ ਦਾ ਮਾਂ ਪਿਓ, ਤੇ ਉਹ ਗਰੀਬ ਕੁੜੀ ਜਿਹੜੀ ਹੈ ਪਾ ਕੇ ਅਸੀਂ ਉਹਨੇ ਘਰਾਂ ਨੂੰ ਪਹੁੰਚਾਈ ਹੈ। ਤੇ ਇੱਥੇ ਹੀ ਬਸ ਨਹੀਂ ਹੈ, ਅਸੀਂ ਪੁੱਛਣਾ ਚਾਹੁੰਦੇ ਕਿ ਕੁੜੀ ਸਹੀ ਸਲਾਮਤ ਹੈ ਜਾਂ ਉਹਦੇ ਨਾਲ ਕੋਈ ਜ਼ਬਰ ਜਨਾਹ ਵੀ ਕੀਤਾ ਗਿਆ? ਕੁੜੀ ਬਿਲਕੁਲ ਠੀਕ ਹੈ? ਦੇਖੋ ਉਹ ਤੇ ਹੁਣ ਇਹਨਾਂ ਦੀ ਡਾਕਟਰੀ ਰਿਪੋਰਟ ਹੀ ਦੱਸੇਗੀ, ਹਾਲੇ ਤੱਕ ਡਾਕਟਰੀ ਨਹੀਂ ਹੋਈ। ਜਦ ਤੱਕ ਡਾਕਟਰੀ ਹੋਏਗੀ, ਇਹਨਾਂ ਨੇ, ਮੈਂ ਕਹਿੰਦਾ ਕਿ ਇਹਨਾਂ ਅੰਧਾ ਕਾਨੂੰਨ ਹੈ। ਇਹਨਾਂ ਨੇ ਬਿਲਕੁਲ ਕੁੜੀ ਦੀ ਕੋਰਟ ਦੇ ਵਿੱਚ ਹਾਜ਼ਰ ਕਰ ਛੱਡਿਆ, ਉਹਦੀ ਕੋਈ ਡਾਕਟਰੀ ਨਹੀਂ ਕੀਤੀ ਕਿ ਇਹਦੀ ਡਾਕਟਰੀ ਕੀਤੀ ਜਾਵੇ, ਇਹਦਾ ਚੈੱਕਅਪ ਕੀਤਾ ਜਾਵੇ ਕਿ ਇਹਦੇ ਨਾਲ ਕੀ ਹੋਇਆ ਹੈ। ਉਹ ਕਰਨ ਤੋਂ ਬਗੈਰ ਹੀ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕੋਰਟ ਦੇ ਵਿੱਚ ਲੈ ਜਾਵਾਂਗੇ, ਘਰ ਲੈ ਜਾਵਾਂਗੇ, ਕੌਣ ਪੁੱਛੇਗਾ, ਸਾਡਾ ਆਪਣੇ ਹੱਥ ਦੇ ਵਿੱਚ ਸਾਰਾ ਹੈ ਤੇ ਕੌਣ ਪੁੱਛਣ ਵਾਲਾ ਹੈ। ਪਰ ਜਦੋਂ ਇੱਥੇ ਰੋਸ ਪ੍ਰਗਟ ਹੋਇਆ, ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਲੱਗਿਆ ਕਿ ਭਾਈ ਉਹ ਵੀ ਘਾਬਰ ਗਈ। ਉਹਨਾਂ ਨੇ ਫਿਰ ਸਾਨੂੰ ਮਜਬੂਰ ਹੋ ਕੇ ਰਾਤ ਦੇ 11:30 ਵਜੇ ਲੜਕੀ ਹੈਂਡਓਵਰ ਕੀਤੀ, ਤੇ ਉਹ ਮਾਤਾ ਪਿਤਾ ਦੇ ਨਾਲ ਅਸੀਂ ਘਰ ਵਿੱਚ ਰੱਖੀ ਹੋਈ ਹੈ ਹਾਲੇ। ਔਰ ਅਸੀਂ ਕਹਿੰਦੇ ਹਾਂ ਕਿ 18 ਸਾਲ ਤੇ 1 ਮਹੀਨੇ ਦੀ ਕੁੜੀ ਹੈ, ਮਗਰ ਉਹਦੀ ਇੱਕ ਵੱਡੀ, ਸਭ ਤੋਂ ਬੜੀ ਪ੍ਰੋਬਲਮ ਹੈ ਕਿ ਉਹ ਦਾ ਅੱਜ ਤੋਂ 3 ਸਾਲ ਪਹਿਲੇ ਸਿਰ ਦਾ ਆਪਰੇਸ਼ਨ ਹੋਇਆ ਹੈ ਜੀ। ਉਸ ਕੁੜੀ ਦਾ ਸਿਰ ਦਾ ਆਪਰੇਸ਼ਨ ਹੋਇਆ ਹੈ। ਇਹ ਸਮਝ ਲਓ ਕਿ ਸ਼ਾਇਦ ਉਹਦਾ ਦਿਮਾਗੀ ਤਵਾਜ਼ੁਨ ਵੀ ਬਰਾਬਰ ਠੀਕ ਨਾ ਹੋਵੇ, ਕਿਉਂ ਕਿ ਉਹਦਾ ਸਿਰ ਦਾ ਆਪਰੇਸ਼ਨ ਹੋਇਆ ਹੈ। ਸੋ ਇੱਥੇ ਦੇ ਲੋਕਾਂ ਨੂੰ, ਅਸੀਂ ਭਾਈਚਾਰੇ ਨੂੰ ਅੱਜ ਪ੍ਰੋਟੈਸਟ ਕਰਕੇ ਇਹੋ ਗੱਲ ਆਖੀ ਹੈ ਕਿ ਜੇਕਰ ਤੁਹਾਡੀਆਂ ਬੱਚੀਆਂ, ਅਸੀਂ ਜਦੋਂ ਵੀ ਕੋਈ ਸੰਘਰਸ਼ ਆਪ ਜੀਆਂ ਤੇ ਆਇਆ, ਆਪ ਜੀਆਂ ਦੀ ਬੱਚੀਆਂ, ਅਸੀਂ ਜਿੰਨੇ ਵੀ ਸਾਡੇ ਬਾਹਰਲੀਆਂ ਰਿਆਸਤਾਂ ਦੇ ਵਿੱਚ ਬੱਚੇ ਤੁਹਾਡੇ ਪੜ੍ਹ ਰਹੇ ਸਨ, ਬੱਚੇ, ਉਹਨਾਂ ਨੂੰ ਸਾਡੇ ਸਿੰਘ ਆਪਣਾ ਖਰਚਾ ਲਾ ਕੇ ਬਾਏ 에ਅਰ ਜਾਂ ਕੋਈ ਗੱਡੀਆਂ ਕਰਕੇ ਉਹਨਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ। ਤੇ ਮੈਂ ਉਸ ਮੌਲਵੀ ਸਾਹਿਬ ਨੂੰ, ਅਸੀਂ ਮੀਡੀਆ ਦੇ ਰਾਹੀਂ ਵੀ ਆਖਿਆ ਕਿ ਮੌਲਵੀ ਸਾਹਿਬ, ਤੈਨੂੰ ਇੱਕ ਬੱਚੀ, ਸਾਡੀ ਇੱਕ ਬੱਚੀ ਦੇ ਵਾਸਤੇ ਤੁਹਾਡੀ ਸੈਂਕੜੇ ਬੱਚੇ ਅਸੀਂ ਲਾਇਆ, ਕਿ ਇੱਕ ਬੱਚੀ ਦਾ ਇਨਸਾਫ ਹੀ ਤੁਸੀਂ ਨਹੀਂ ਕਰ ਸਕਦੇ। ਤੁਸੀਂ ਕਿਹੜੇ ਮੂੰਹ ਨਾਲ ਨਿਕਾਹ ਕੀਤਾ ਜੇ? ਤੁਸੀਂ ਕਿਹੜੇ ਮੂੰਹ ਨਾਲ ਨਿਕਾਹ ਕੀਤਾ ਹੈ ਕਿ ਤੁਸੀਂ ਉਸ ਪਿਛੋਕੜ ਵੱਲ ਨਜ਼ਰ ਮਾਰਦੇ ਹੋ? ਇਸ ਕੌਮ ਨੇ ਸਾਡੀਆਂ ਬੱਚੀਆਂ ਨੂੰ ਸੁਰੱਖਿਆ ਸਾਡੇ ਘਰ ਪਹੁੰਚਾਇਆ ਹੈ। ਜੀ, ਫਿਰ ਕੀ ਕਿਹਾ ਉਹਨਾਂ ਦਾ? ਕੋਈ ਜਵਾਬ ਆਇਆ ਨਹੀਂ? देखो ये कहते ने भाई इसका कोई धर्म ही नहीं है, और जब धर्म नहीं है तो फिर निकाह कहाँ से? जी, जिस कुड़ी लैंड वाला कोई धर्म ही नहीं है, फिर निकाह कहाँ से आया? अस ये भी सवाल किया, निकाह कहाँ से आया है? फिर तुसी मतलब इत्थे गलत गल तुसी होर पासे जा रहे हो। तो सो असी जिन्हें भी साडे इत्थे वसू है, असी घबरांदे सिर्फ, साडा इस वक्त इत्थे सिर्फ जे सहारा है वो है सिर्फ वाहिगुरु काल पुरख दा। बाकी जी सरकार है इत्थे सेंटर दी सरकार है, वो भी साडे वाल कल बहुत घट ध्यान दे रही है। जे वो ध्यान देंदी ते साडे वास्ते कोई कानून बनना सी, तो पता सी कि इत्थे जेड़े सब तो माइनॉरिटी है वो सिखी हैं, जेड़ी साडे तो वड्डी माइनॉरिटी सी कश्मीरी पंडित वो इथों भज चुके ने। 1990 ਦਾ आतंकवाद ने इत्थे आतंकवाद आया ते ਉਹ ਉਦੋਂ ਭਜ ਚੁੱਕੇ ਸਨ, ਤੇ ਉਹਨਾਂ ਨੂੰ ਹੁਣ ਬਸਾਉਣ ਵਾਸਤੇ ਲੋਕ ਲਿਆ ਰਹੇ ਹਨ। ਉਹਨਾਂ ਨੂੰ ਕਹਿੰਦੇ ਤੁਸੀਂ ਬਸੋ, ਜਿਹੜੇ ਬਸ ਰਹੇ ਹਨ ਉਹਨਾਂ ਦੇ
ਬੱਚਿਆਂ ਦੇ ਨਾਲ ਇਹ ਵਿਹਾਰ ਹੋ ਰਿਹਾ ਹੈ। ਬਿਲਕੁਲ ਬਹੁਤ ਦੁਖਦਾਈ ਘਟਨਾ ਵਾਪਰੀ ਹੋਈ ਹੈ ਉੱਥੇ ਬੱਚਿਆਂ ਦੇ ਨਾਲ ਤੇ ਮਾਪਿਓ ਤੇ ਇਸ ਸਮੇਂ ਕੀ ਗੁਜ਼ਰਦੀ ਹੋਏਗੀ ਉਹ ਤਾਂ ਉਹੀ ਜਾਣ ਸਕਦੇ ਨੇ, ਉਹੀ ਦੱਸ ਸਕਦੇ ਨੇ। ਤੇ ਇਸ ਦੇ ਨਾਲ ਜਿਹੜੀ ਸਿੱਖ ਕਮਿਊਨਿਟੀ ਹੈ ਉਹਦੇ ਵਿੱਚ ਵੀ ਕਾਫੀ ਦਰਦ ਤੇ ਕਾਫੀ ਖੌਫ ਰਹੇਗਾ ਕਿ ਇਹ ਕਿਸ ਤਰ੍ਹਾਂ ਉੱਥੋਂ ਦੇ ਜਿਹੜੇ ਵਜ਼ੀਰ ਸਾਹਿਬ ਨੇ ਜਾਂ MP ਨੇ ਉਹ ਇਸ ਦੇ ਵਾਸਤੇ ਉਹਨਾਂ ਨੇ ਕੁਝ ਆਵਾਜ਼ ਨਹੀਂ ਉਠਾਈ, ਕੁਝ ਬੋਲੇ ਨਹੀਂ ਨੇ ਜਾਂ ਆਪਣਾ ਕੋਈ ਸਹਿਯੋਗ ਨਹੀਂ ਦਿੱਤਾ ਤੁਹਾਨੂੰ? ਦੇਖੋ ਇੱਥੇ ਜਿਹੜਾ ਇਸ ਵਕਤ ਚੱਲ ਰਿਹਾ ਹੈ, ਇਸ ਵਕਤ ਰਾਸ਼ਟਰਪਤੀ ਰਾਜ ਚੱਲ ਰਿਹਾ ਇਸ ਸਟੇਟ ਦੇ ਵਿੱਚ ਜੀ। 2019 ਤੋਂ ਇੱਥੇ ਰਾਸ਼ਟਰਪਤੀ ਰਾਜ ਚੱਲ ਰਿਹਾ ਹੈ। ਕਿਉਂ ਕਿ ਇੱਥੇ ਇਹਨਾਂ ਨੇ ਇੱਕ ਸਪੈਸ਼ਲ ਸਟੇਟਸ ਸੀ ਕਸ਼ਮੀਰ ਨੂੰ, ਧਾਰਾ 370 ਦਾ, ਜੀ ਤੇ ਉਹ ਇਹਨਾਂ ਨੇ ਭੰਗ ਕੀਤਾ ਤੇ ਇੱਥੇ ਇੱਕ ਯੂਟੀ ਬਣਾ ਛੱਡੀ ਜੰਮੂ ਕਸ਼ਮੀਰ ਨੂੰ। ਤਦੋਂ ਤੋਂ ਇੱਥੇ ਕੋਈ ਅਵਾਮੀ ਨੁਮਾਇੰਦਾ ਨਹੀਂ ਹੈ ਜਾਂ ਕੰਟਰੋਲ ਹੈ, ਸਾਰਾ ਭਾਰਤ ਦਾ ਕੰਟਰੋਲ ਹੈ, ਸਾਰਾ ਜਿਹੜਾ BJP ਦਾ ਕੰਟਰੋਲ ਹੈ, ਸਾਰਾ ਸੈਂਟਰ ਦਾ ਕੰਟਰੋਲ ਇੱਥੇ ਹੈ। ਇੱਥੇ ਇਸ ਵਕਤ ਕੋਈ MP ਨਹੀਂ, ਕੋਈ MLA ਨਹੀਂ, ਕੋਈ ਮਿਨਿਸਟਰ ਨਹੀਂ, ਕੋਈ ਚੀਫ ਮਿਨਿਸਟਰ ਨਹੀਂ ਹੈ, ਕਿਉਂਕਿ ਇੱਥੇ ਜਿਹੜਾ ਸਿਸਟਮ ਹੈ ਉਹਦਾ ਜਿਹੜਾ ਸਾਰਾ ਚਲਾਉਣ ਵਾਲਾ ਹੈ ਉਹ ਲੈਫਟੀਨੈਂਟ ਗਵਰਨਰ ਹੈ। ਅਸੀਂ ਲੈਫਟੀਨੈਂਟ ਗਵਰਨਰ ਨੂੰ ਹੁਣ ਮਿਲੇ ਹਾਂ ਮਨਜਿੰਦਰ ਸਿੰਘ ਸਿਰਸੇ ਦੀ ਅਗਵਾਈ ਦੇ ਵਿੱਚ, ਤੇ ਅਸੀਂ ਉਹਨਾਂ ਨੇ ਗੱਲ ਕੀਤੀ ਹੈ ਪੂਰੀ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਭਾਈ ਐਸਾ ਨਹੀਂ ਹੋਊਗਾ। ਮਗਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਕੰਮ ਕਰੋ ਕਿ ਤੁਸੀਂ ਜਿਹੜਾ ਮੱਧ ਪ੍ਰਦੇਸ਼ ਅਤੇ UP ਦੇ ਵਿੱਚ ਕਾਨੂੰਨ ਹੈ ਕਿ ਪਿਓ ਮਾਂ ਦੇ ਬਿਨਾਂ ਧਰਮ ਪਰਿਵਰਤਨ ਨਹੀਂ ਕਰ ਸਕਦਾ ਬੱਚਾ, ਉਹ ਲਾਗੂ ਕਰੋ, ਕਿਉਂਕਿ ਤੁਸੀਂ ਕਰਨਾ ਹੈ ਕਾਨੂੰਨ, ਕਿਉਂਕਿ ਕਾਨੂੰਨ ਕੌਣ ਬਣਾਉਂਦਾ ਹੈ? ਕਾਨੂੰਨ ਹੀ ਇਨਸਾਨ ਬਣਾਉਂਦਾ ਹੈ। ਇੱਕ ਰੱਬ ਦਾ ਕਾਨੂੰਨ ਹੈ, ਜਿਹੜਾ ਰੱਬ ਬਣਾਉਂਦਾ ਹੈ ਉਸ ਨੂੰ ਮਿਟਾ ਸਕਦਾ ਨਹੀਂ ਹੈ ਕੋਈ, ਪਰ ਜਿਹੜੇ ਲਿਖਤੀ ਰੂਪ ਤੇ ਕਾਨੂੰਨ ਹਨ ਉਹ ਨਵੇਂ ਵੀ ਬਣ ਸਕਦੇ ਹਨ। ਸੋ ਅਸੀਂ ਆਪ ਜੀ ਨੂੰ ਵੀ ਬੇਨਤੀ ਕਰਦੇ ਹਾਂ, ਆਪ ਜੀ ਦੇ ਚੈਨਲ ਰਾਹੀਂ, ਕਿ ਆਪ ਜੀ ਵੀ ਇਸ ਭਾਰਤ ਸਰਕਾਰ ਤੇ ਥੋੜਾ ਜ਼ੋਰ ਪਾਓ ਕਿ ਭਾਈ ਤੁਸੀਂ ਜੇ ਉੱਥੇ ਘੱਟ ਗਿਣਤੀ ਦੇ ਲੋਕ ਵਸ ਰਹੇ ਹਨ, ਜੇ ਉਹ ਤੁਹਾਡੇ ਕੋਲੋਂ ਕੁਝ ਨਹੀਂ ਮੰਗ ਰਹੇ, ਤੁਹਾਡੇ ਕੋਲ ਨੌਕਰੀਆਂ ਨਹੀਂ ਮੰਗ ਰਹੇ, ਤੁਹਾਡੇ ਕੋਲ ਕੁਝ ਨਹੀਂ ਮੰਗ ਰਹੇ, ਉਹ ਆਪਣੀ ਸਿਰਫ ਇਸ ਕਾਨੂੰਨ ਇੱਕ ਬਣਾ ਕੇ ਆਪਣੀ ਬੱਚਿਆਂ ਦੀ ਜਿਹੜਾ ਉਹਨਾਂ ਦੇ ਸਿਕਿਉਰਿਟੀ ਹੈ ਉਹ ਸੇਫ ਗਾਰਡ ਰੱਖਣਾ ਚਾਹੁੰਦੇ ਨੇ। ਸੋ ਬਿਲਕੁਲ ਜਿਹੜੇ ਕਿ ਸਾਡੀ ਇਸ ਮਾਧਿਅਮ ਦੇ ਰਾਹੀਂ ਆਵਾਜ਼ ਕੁੱਲ ਦੁਨੀਆ ਕੋਲ ਕਾਇਨਾਤ ਵਿੱਚ ਜਾਏਗੀ ਤੇ ਘੱਟ ਗਿਣਤੀ ਮਾਈਨੋਰਿਟੀ ਸਿੱਖਾਂ ਦੇ ਹੋਣ ਕਰਕੇ ਆਵਾਜ਼ ਕਈ ਵਾਰੀ ਸੁਣ ਕੇ ਅਣਸੁਣੀ ਕੀਤੀ ਜਾਂਦੀ ਹੈ। ਤੇ ਆਸ ਕਰਦੇ ਹਾਂ ਕਿ ਜੋ ਉੱਥੋਂ ਦੇ ਪ੍ਰਧਾਨ ਮੰਤਰੀ ਹੈਗੇ ਨੇ ਇਸੇ ਗੱਲ ਨੂੰ ਸੁਣ ਕੇ, ਜਿਹੜਾ ਕਿ UP ਦੇ ਵਿੱਚ ਕਾਨੂੰਨ ਬਣਿਆ ਹੋਇਆ ਹੈ ਕਿ ਇੰਟਰਕਾਸਟ ਮੈਰਿਜ ਨਹੀਂ ਹੋ ਸਕਦੀ ਜਾਂ ਉਹਨਾਂ ਦੇ ਧਰਮ ਬਦਲਾਅ ਕਰਕੇ ਬਿਨਾਂ ਮਾਪਿਓ ਦੀ ਇਜਾਜ਼ਤ ਨਹੀਂ ਕੀਤੇ ਜਾ ਸਕਦੇ। ਸੋ ਇੱਥੇ ਵੀ ਕੋਈ ਇਹੋ ਜਿਹੀ ਸਿਕਿਉਰਿਟੀ ਲਿਆਈ ਜਾਵੇ ਜਿੱਥੇ ਕਿ ਸਾਡੇ ਬੱਚੇ, ਸਾਡੀਆਂ ਧੀਆਂ ਭੈਣਾਂ ਸਾਰੀਆਂ ਸੁਰੱਖਿਅਤ ਤੇ ਸੇਫ ਮਹਿਸੂਸ ਕਰਨ, ਇੱਕ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਮਾਣ ਸਕਣ। ਪਰ ਅਫਸੋਸ ਹੈ ਜਿੱਥੇ ਮਾਈਨੋਰਿਟੀ ਹੁੰਦੀ ਉੱਥੇ ਉਹਨਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਹੈ। ਤੇ ਤੁਸੀਂ ਜੇ ਤੁਹਾਨੂੰ ਮੈਂ ਪੁੱਛਾਂ ਇਹ ਕਿੰਨਵਾਂ ਕੇਸ ਹੋਇਆ, ਮਤਲਬ ਪਿਛਲੇ 1.5 ਮਹੀਨੇ ਦੇ ਵਿੱਚ ਕਿੰਨਵਾਂ ਕੇਸ? ਜੀ ਇਹ 1.5 ਮਹੀਨੇ ਦੇ ਵਿੱਚ ਸਾਡਾ ਇਹ ਤੀਸਰਾ ਕੇਸ ਹੈ। ਸਾਡੇ 3 ਕੇਸ ਹੋ ਗਏ ਨੇ ਕਿ ਜਿਸ ਦੇ ਵਿੱਚ ਸਾਨੂੰ ਕੋਈ, ਅਸੀਂ ਅੱਜ ਸ਼ੋਰ ਪਾਇਆ, ਅਸੀਂ ਪ੍ਰੋਟੈਸਟ ਨਾ ਰਹੇ, ਕਿਉਂਕਿ ਉਹ ਕਰੋਨਾ ਦਾ ਸਮਾਂ ਚੱਲ ਰਿਹਾ ਸੀ, ਉਸ ਦੇ ਵਿੱਚ ਕਿਸੇ ਦਾ ਬਾਹਰ ਨਿਕਲਣਾ ਬੜਾ ਮੁਸ਼ਕਿਲ ਹੋ ਗਿਆ ਸੀ, ਪਰ ਇਹ ਆਪਣਾ ਕੰਮ ਕਰਦੇ ਸੀ ਜੀ। ਇਹਨਾਂ ਨੇ ਉਸ ਦੇ ਵਿੱਚ ਸਾਡੀ ਬੱਚਿਆਂ ਨੂੰ ਲੈ ਗਏ, ਪਰ ਅੱਜ ਅਸੀਂ ਇਕਮੁੱਠ ਹੋ ਕੇ ਅਸੀਂ ਇਹ ਆਪਣਾ ਪ੍ਰਦਰਸ਼ਨ ਕੀਤੇ ਨੇ, ਅਸੀਂ ਵਿਰੋਧ ਜਤਾਇਆ ਹੈ ਤੇ ਤਾਂ ਕਰਕੇ ਸਾਨੂੰ ਇੱਕ ਕੁੜੀ ਮਿਲੀ ਹੈ, ਬਾਕੀ 2 ਜਿਹੜੀਆਂ ਹਨ ਹਾਲੀ ਇਹਨਾਂ ਕੋਲ ਹੀ ਹਨ। ਤੁਹਾਨੂੰ ਪਤਾ ਹੈ ਕਿ ਉਹ ਕੁੜੀਆਂ ਉੱਥੇ ਸ੍ਰੀਨਗਰ 'ਚ ਜਾਂ ਕਸ਼ਮੀਰ 'ਚ ਹੋਣਗੀਆਂ ਜਾਂ ਉਹ ਕਿਤੇ ਬਾਹਰ ਲੈ ਕੇ ਜਾਂਦੇ ਨੇ ਕੁੜੀਆਂ ਨੂੰ? ਜਿਹੜੀ ਗੱਲ ਹੈ ਕਿ ਬਾਹਰ ਕਿਸ ਲਈ ਲੈਣਗੇ, ਇਹਨਾਂ ਦੀ ਇੱਥੇ ਆਪਣੀ ਲੋਕ ਹਨ, ਇਹਨਾਂ ਦੀ ਆਪਣੀ ਪੁਲਿਸ ਹੈ, ਇਹਨਾਂ ਦੀ ਆਪਣੀ ਜੁਡੀਸ਼ਰੀ ਹੈ, ਇੱਥੇ ਦੀ ਆਪਣੀ ਇਹਨਾਂ ਦੀ ਸਰਕਾਰ ਹੈ, ਇਹ ਜਿੱਥੇ ਇਹਨਾਂ ਦੀ ਆਬਾਦੀ ਹੈ, ਇਹ ਜਿੱਥੇ ਮਰਜ਼ੀ ਉੱਥੇ ਰਹਿ ਸਕਦੇ ਨੇ, ਬਾਹਰ ਤੇ ਫੜੇ ਜਾਣਗੇ। ਹੋਰ ਜਿੱਥੇ ਇਹਨਾਂ ਨੂੰ ਚਿੰਤਾ ਵੀ ਕੋਈ ਨਹੀਂ, ਜਿੱਥੇ ਇਹਨਾਂ ਨੂੰ ਕੋਰਟ ਨੇ ਵਿਆਹ ਕਰਾਇਆ ਹੈ ਉੱਥੇ ਇਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਹੈ, 2 ਸਿਪਾਹੀ ਨਾਲ ਦਿੱਤੇ ਨੇ। ਇਹ ਕਾਨੂੰਨ ਵੀ ਇੱਕ ਗੁਨਾਹਗਾਰ ਵਾਲੇ ਦਾ ਸਾਥ ਦੇ ਰਿਹਾ ਹੈ। ਬਿਲਕੁਲ ਬਿਲਕੁਲ।
ਤੇ ਉਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਹੈ ਨਾਲ, ਤੇ ਉੱਥੇ ਸਾਡੇ ਅਸੀਂ ਕੀ ਕਰ ਸਕਦੇ ਹਾਂ? ਮਤਲਬ ਜਿੱਥੇ ਜੇ ਗਾਂ ਸਿੱਖ ਪਹੁੰਚਣ ਵੀ ਤਾਂ ਵੀ ਸਿੱਖਾਂ ਦੇ ਹੱਥ ਵੱਡੇ ਹੋਏ ਨੇ ਕਿ ਸਿੱਖ ਉੱਥੇ ਤੱਕ ਪਹੁੰਚ ਵੀ ਨਾ ਸਕਣ। ਬਿਲਕੁਲ 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 ਸਿੱਖ ਉੱਤੇ ਪਹੁੰਚਣਾ। ਖੈਰ ਅਸੀਂ ਜੇ ਸਾਡੇ ਹੱਥ ਦੇ ਵਿੱਚ ਇਹ ਕਾਨੂੰਨ ਨਾ ਹੋਵੇ, ਇਹ ਕਾਨੂੰਨ ਨੂੰ ਬਾਲਾ ਤਾਕ ਰੱਖ ਕੇ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੀ ਸੁਰੱਖਿਆ ਕਿਸ ਤਰ੍ਹਾਂ ਕਰ ਸਕਦੇ ਹਾਂ। ਕਿਉਂ ਕਿ ਸਭ ਤੋਂ ਪਹਿਲਾਂ ਕਿ ਸਿੱਖ ਨੂੰ ਮੌਤ ਦਾ ਭੈ ਹੈ ਨਹੀਂ, ਸਿੱਖ ਮੌਤ ਕੋਲੋਂ ਡਰਦਾ ਹੈ ਨਹੀਂ। ਕਿਉਂ ਕਿ ਸਾਨੂੰ ਸ਼ਹਾਦਤਾਂ ਤੇ ਇਹ ਜਿਹੜਾ ਮੌਤ ਦਾ ਇਹ ਵਿਰਾਸਤ ਵੀ ਮਿਲਿਆ ਹੈ। ਇਹ ਸਾਨੂੰ ਬਿਲਕੁਲ ਤੁਹਾਡੀ ਗੱਲ ਨਾਲ ਲੱਗ ਮੈਂ ਬਿਲਕੁਲ ਸਹਿਮਤ ਹਾਂ ਕਿ ਸਿੱਖ ਨੂੰ ਮੌਤ ਦਾ ਡਰ ਨਹੀਂ ਹੈ, ਪਰ ਉਹ ਜੀਣਾ ਕੀ ਜਿੱਥੇ ਸਾਡੀ ਪੱਤ ਲੱਥੀ ਜਾਏ, ਸਾਡੀ ਧੀਆਂ ਸਾਡਾ ਮਾਣ ਨੇ, ਉਹਦੇ ਵਾਸਤੇ ਸਿੱਖ ਜਥੇਬੰਦੀਆਂ ਤੇ ਕਸ਼ਮੀਰ ਦੀਆਂ ਸਿੱਖ ਸੰਗਤਾਂ ਵੱਲੋਂ ਕਿਹੜਾ ਉਪਰਾਲਾ ਕੀਤਾ ਗਿਆ? ਬਿਲਕੁਲ ਅਸੀਂ ਇਸ ਤੇ ਅੱਜ ਸਾਰੇ ਇਕੱਤਰ ਹੋ ਕੇ ਅਸੀਂ ਇੱਕ ਕਮੇਟੀ ਤਸ਼ਕੀਲ ਦਿੱਤੀ ਹੈ ਪੂਰੇ ਕਸ਼ਮੀਰ ਦੇ ਨੇਤਿਆਂ ਦੀ, ਜਿਸ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਹੈ ਕਿ ਅੱਜ ਗੁਰੂ ਮਹਾਰਾਜ ਦੀ ਦਰਗਾਹ ਦੇ ਵਿੱਚ ਅਰਦਾਸ ਵੀ ਕੀਤੀ ਹੈ ਕਿ ਅਸੀਂ ਹੁਣ ਇਸ ਗੱਲ ਤੇ ਡਟਣਾ ਹੈ ਕਿ ਜਦ ਤੱਕ ਅਸੀਂ ਇਹ ਕਾਨੂੰਨ ਇੱਥੇ ਨਹੀਂ ਬਣਾਵਾਂਗੇ ਤਦ ਤੱਕ ਪਿੱਛੇ ਨਹੀਂ ਹਟਾਂਗੇ, ਚਾਹੇ ਸਾਨੂੰ ਕਿਸੇ ਕਿਸਮ ਦੀ ਕੁਰਬਾਨੀ ਵੀ ਦੇਣੀ ਪਵੇ। ਕਿਉਂ ਕਿ ਬਾਣੀ ਵੀ ਫਰਮਾਂਦੀ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਿਉਂਕਿ ਸਾਡੇ ਵਾਸਤੇ ਹਰਾਮ ਹੈ ਜਿੱਥੇ ਪਤ ਲੱਥੀ ਜਾਵੇ, ਖਾਣਾ ਵੀ ਉੱਥੇ ਹਰਾਮ ਹੈ। ਕਿਉਂ ਪਤ ਜਿਹੜੀ ਹੈ ਉਹ ਸਾਡੀ ਧੀ ਭੈਣ ਦੀ ਹੈ। ਪਰ ਅਸੀਂ ਇਹਨਾਂ ਨੂੰ ਅੱਜ ਐਲਜੀ ਸਾਹਿਬ ਨੂੰ ਵੀ ਆਖਿਆ ਕਿ ਬਾਈ ਅਸੀਂ ਜਾਣਦੇ ਹਾਂ ਅਸੀਂ ਲੋਕਾਂ ਦੀਆਂ ਬੱਚੀਆਂ ਛੜਾ ਕੇ ਲਿਆਈਆਂ, ਸਿੱਖ ਕੌਮ ਨੇ ਲੋਕਾਂ ਦੀਆਂ ਬੱਚੀਆਂ ਛੜਾ ਕੇ ਲਿਆਈਆਂ, ਆਪਣੀ ਬੱਚੀ ਕਿਹੜੀ ਮੁਸ਼ਕਿਲ ਸੀ, ਲੇਕਿਨ ਜੇ ਪ੍ਰਸ਼ਾਸਨ ਉਹਨਾਂ ਲੋਕਾਂ ਦਾ ਸਾਥ ਨਾ ਦੇਵੇ ਅਸੀਂ ਜਾਣਦੇ ਹਾਂ ਛਡਾਉਣਾ। ਕਿਉਂ ਕਿ ਅਸੀਂ ਸਾਡਾ ਜਿਹੜਾ ਜਨਮ ਹੋਇਆ ਹੈ ਉਹ ਜਨਮ ਜਿਹੜਾ ਸਾਡਾ ਖੂਨ ਤੋਂ ਹੀ ਹੋਇਆ ਹੈ, ਅਸੀਂ ਪੈਦਾ ਹੀ ਸ਼ਹਾਦਤ ਤੋਂ ਹੋਏ ਹਾਂ। ਦੋਸਤੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਕਾਨੂੰਨ ਵਾਪਸ ਲੈ ਲਓ, ਬਾਕੀ ਕਿਸੇ ਦੀ ਤਾਕਤ ਜ਼ਬਰਦਸਤ ਉਠਾਉਣ ਦੀ ਉਹ ਅਸੀਂ ਆਪ ਲੜਾਂਗੇ, ਉਹਦੇ ਵਾਸਤੇ ਸਾਡੇ ਕੋਲ ਪਾਵਰ ਹੈ, ਭਾਵੇਂ ਅਸੀਂ ਇਕੱਠ ਹਾਂ ਲੇਕਿਨ ਅਸੀਂ ਜ਼ਰੂਰ ਆਪ ਲੜਾਂਗੇ। ਮੇਰਾ ਸਵਾਲ ਵਾਪਸ ਉੱਥੇ ਹੀ ਜਾਂਦਾ ਹੈ ਕਿ ਚਲੋ ਠੀਕ ਹੈ ਆਪਾਂ ਇਹਨਾਂ ਨੂੰ ਲੈ ਕੇ ਆ ਜਾਵਾਂਗੇ, ਕਾਨੂੰਨ ਵੀ ਬਣ ਜਾਵੇਗਾ। ਮੇਰਾ ਸਵਾਲ ਇਹ ਹੈ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਕਸ਼ਮੀਰ ਸ੍ਰੀਨਗਰ ਵਿੱਚ ਰਹਿ ਰਹੀਆਂ ਨੇ ਤੇ ਜਾਂ ਹੋਰ ਸਿੱਖ ਜਥੇਬੰਦੀਆਂ, ਇਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਉਪਰਾਲੇ ਕੀਤੇ ਜਾਣਗੇ ਜਾਂ ਕਿਹੋ ਜਿਹੀਆਂ ਸੁਵਿਧਾਵਾਂ ਜਾਂ ਕਿਹੋ ਜਿਹਾ ਪ੍ਰਚਾਰ ਕੀਤਾ ਜਾਵੇਗਾ ਜਿਸ ਦੇ ਨਾਲ ਸਾਡੇ ਬੱਚਿਆਂ ਨੂੰ ਕੋਈ ਦੂਸਰਾ ਧਰਮ ਵਰਗਲਾ ਕੇ ਆਪਣੇ ਨਾਲ ਲੈ ਕੇ ਜਾਵੇ? ਇਸ ਦੇ ਬਾਰੇ ਕੀ ਪੰਜਾਬੀ ਸਿੱਖਾਂ ਨੇ ਕੁਝ ਸੋਚਿਆ ਕਿ ਆਉਣ ਵਾਲੇ ਸਮੇਂ ਵਿੱਚ ਕੀ ਕਿਹੋ ਜਿਹੇ ਪੁਖਤਾ ਪ੍ਰਬੰਧ ਕੀਤੇ ਜਾਣਗੇ? ਜੇ ਮੈਂ ਦੇਖਾਂ ਦੂਜੇ ਧਰਮਾਂ ਦੇ ਲੋਕ ਸਿੱਖਾਂ ਦੇ ਨਾਲ ਨਹੀਂ ਜਾਣਗੇ, ਹਿੰਦੂਆਂ ਦੇ ਨਾਲ ਨਹੀਂ ਜਾਣਗੇ, ਪਰ ਸਿੱਖਾਂ ਦੇ ਹੀ ਬੱਚੇ ਦੂਜੇ ਧਰਮਾਂ ਵੱਲ ਕਿਉਂ ਆਕਰਸ਼ਿਤ ਹੁੰਦੇ ਜਾਂਦੇ ਨੇ, ਉਹਨਾਂ ਦੀ ਕਿਉਂ ਅਟਰੈਕਸ਼ਨ ਵੱਧਦੀ ਜਾ ਰਹੀ ਹੈ? ਇਸ ਦੇ ਬਾਰੇ ਕੀ ਸਿੱਖ ਸਮਾਜ, ਸਾਡੇ ਆਗੂ ਜਾਂ ਗੁਰਦੁਆਰੇ ਦੇ ਜਥੇਬੰਦੀਆਂ ਪ੍ਰਬੰਧ ਨੇ ਇਸ ਬਾਰੇ ਕੁਝ ਸੋਚਿਆ? ਬਿਲਕੁਲ ਅਸੀਂ ਅੱਜ ਹੀ ਗੁਰੂ ਮਹਾਰਾਜ ਦੇ ਦਰਗਾਹ ਦੇ ਵਿੱਚ ਇੱਕ 11 ਮੈਂਬਰੀ ਟੀਮ ਤਸ਼ਕੀਲ ਦਿੱਤੀ ਹੈ ਕਿ ਜਿਹੜੀ ਹਰ ਚੀਜ਼ ਨੂੰ ਮੋਨੀਟਰ ਕਰੇਗੀ ਅਤੇ ਜਿਹੜੇ ਸਾਡੀ ਨੌਜਵਾਨ ਬੱਚੀਆਂ ਹਨ ਉਹਨਾਂ ਤੇ ਵੀ ਨਜ਼ਰ ਰੱਖੇਗੀ। ਉਸ ਤੋਂ ਬਾਅਦ ਕਿ ਜੇ ਕੋਈ ਇਹ ਆਪਣਾ ਇਹਨਾਂ ਨੂੰ ਧਰਮ ਦੀ ਨੌਲੇਜ ਦੇਣੀ ਹੈ, ਇਹਨਾਂ ਨੂੰ ਵਿਦਿਆਲੇ ਖੋਲ ਕੇ ਦੇਣੇ ਨੇ ਕਿ ਜਿਸ ਦੇ ਵਿੱਚ ਇਹ ਜਾਣ ਅਤੇ ਉੱਥੇ ਪ੍ਰਚਾਰ ਅਤੇ ਪ੍ਰਸਾਰ ਹੋਏਗਾ ਕਿ ਜਿਹੜਾ ਇਸ ਉਹ ਸੁਣ ਕੇ ਤੇ ਇਹ ਕਦੇ ਵੀ ਦੂਜੇ ਧਰਮ ਵੱਲ ਨਹੀਂ ਜਾਣਗੀਆਂ। ਹੋਰ ਵੀ ਅਸੀਂ ਕੁਝ ਕਾਫੀ ਉਪਰਾਲੇ ਕਰ ਰਹੇ ਹਾਂ, ਅਸੀਂ ਅੱਜ ਹੀ ਸਟਾਰਟ ਕੀਤਾ ਹੈ ਕੰਮ, ਤੁਸੀਂ ਦੇਖ ਲਓ। ਜੇ ਤੁਸੀਂ ਕਦੇ ਹੋਰ ਵੀ ਤੁਹਾਨੂੰ ਮੌਕਾ ਮਿਲਿਆ ਤੁਹਾਨੂੰ ਅਸੀਂ 15 ਦਿਨਾਂ ਦੇ ਅੰਦਰ ਦੱਸ ਦੇਵਾਂਗੇ ਕਿ ਸਾਡਾ ਇਸ ਜਿਹੜਾ ਪ੍ਰੋਗਰਾਮ ਕੀਤੇ ਹਨ ਅਸੀਂ ਕਿੰਨੇ ਦੇ ਇਹਦੇ ਵਿੱਚ ਸਫਲਤਾ ਰਹੇ ਹਾਂ। ਜੀ ਬਿਲਕੁਲ ਜੀ, ਮੈਂ ਠੀਕ ਹੈ ਜੀ, ਅਸੀਂ ਤੁਹਾਡੇ ਨਾਲ ਅਗਲੇ ਆਉਣ ਵਾਲੇ ਦਿਨ ਫਿਰ ਸੰਪਰਕ ਕਰਾਂਗੇ। ਇੱਕ ਵਾਰ ਫਿਰ ਤੁਹਾਡਾ ਇਸ
ਚੈਨਲ ਦੇ ਉੱਤੇ ਤੁਹਾਡਾ ਸਵਾਗਤ ਵੀ ਕਰਦੇ ਹਾਂ। ਪਰ ਬੜੀ ਦੁਖਦਾਈ ਘਟਨਾ ਵਾਪਰੀ ਹੈ ਸਾਧ ਸੰਗਤ ਜੀ। ਜਿਵੇਂ ਆਪ ਜੀ ਜਾਣਦੇ ਹੋ ਕਿ ਤੀਸਰਾ ਵਾਕਿਆ ਹੈਗਾ, 5-6 ਵਾਕਿਏ 1.5 ਮਹੀਨੇ ਦੇ ਵਿੱਚ ਵਾਪਰ ਚੁੱਕੇ ਨੇ ਉੱਥੇ। ਤੇ ਇਹ 3 ਕੁੜੀਆਂ ਨੂੰ ਗਨਪੱਟੀ ਦੀ ਨੋਕ ਦੇ ਉੱਤੇ ਅਗਵਾ ਕੀਤਾ ਗਿਆ। ਇੱਕ ਬੱਚੀ ਨੂੰ ਕੱਲ ਰਾਤੀ ਘਰ ਲਿਆਇਆ ਗਿਆ ਹੈਗਾ ਤੇ ਬਾਕੀ ਦੀਆਂ 2 ਬੱਚੀਆਂ ਹਜੇ ਵੀ ਲਾਪਤਾ ਨੇ। ਉਹਨਾਂ ਦਾ ਕੁਝ ਵੀ ਪਤਾ ਨਹੀਂ ਨੇ ਉਹ ਕਿੱਥੇ ਨੇ। ਕੀ ਉਹਨਾਂ ਮਾਪਿਆਂ ਦੇ ਮਨ ਦੇ ਉੱਪਰ ਕੀ ਵਾਪਰਿਆ, ਕੀ ਬੀਤਦੀ ਹੋਏਗੀ, ਉਹ ਕਿਵੇਂ ਆਪਣਾ ਸਮਾਂ ਬਿਤਾਉਂਦੇ ਹੁਣ, ਕਿਉਂਕਿ ਧੀ ਮਾਪਿਓ ਦੇ ਸਿਰ ਦਾ ਤਾਜ ਹੁੰਦੀ ਹੈ, ਉਹਦੀ ਇੱਜ਼ਤ ਹੁੰਦੀ ਹੈ। ਸੋ ਜਿੱਥੇ ਜਿੱਥੇ ਤੱਕ ਆਵਾਜ਼ ਜਾ ਰਹੀ ਹੈ, ਆਪ ਵੀ ਸਭ ਜਿੱਥੇ ਜਿੱਥੇ ਵੀ ਆਪ ਹੈਗੇ ਹੋ, ਆਪਣੇ MP ਨੂੰ, MLA ਨੂੰ, ਪੰਜਾਬ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਚਿੱਠੀਆਂ ਦੇ ਰਾਹੀਂ ਉਹਨਾਂ ਨੂੰ ਆਪਣੀ ਇਹ ਅਪੀਲ ਦਿਓ ਕਿ ਸਾਡੇ ਸਿੱਖਾਂ ਦੇ ਉੱਪਰ ਇਹੋ ਜਿਹੀ ਭੀੜ ਆ ਬਣੀ ਹੈਗੀ ਹੈ ਤੇ ਸਾਡੀ ਮਦਦ ਕੀਤੀ ਜਾਵੇ। ਇੱਕ ਜਿਵੇਂ UP ਦੇ ਵਿੱਚ ਜਾਂ ਹੋਰਲੇ ਸਟੇਟਾਂ ਦੇ ਵਿੱਚ ਇੱਕ ਕਾਨੂੰਨ ਕੱਢਿਆ ਗਿਆ, ਇੱਥੇ ਵੀ ਉਹ ਕਾਨੂੰਨ ਲਾਗੂ ਕੀਤਾ ਜਾਵੇ ਜਿੱਥੇ ਕਿ ਸਾਡੀ ਧੀਆਂ ਭੈਣਾਂ ਸੇਫ ਹੋਣ। ਕਿਉਂਕਿ ਆਜ਼ਾਦ, ਜੇ ਅਸੀਂ ਕਹਿੰਦੇ ਕਿ ਆਜ਼ਾਦ ਮੁਲਕ ਹੈ ਤਾਂ ਆਜ਼ਾਦ ਮੁਲਕ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਮਾਣਨ ਦਾ ਓਨਾ ਹੀ ਹੱਕ ਹੈਗਾ। ਤੇ ਕੁਝ ਹੋਰ ਤੁਸੀਂ ਇੱਥੇ ਤੁਹਾਨੂੰ ਮੈਂ ਥੋੜਾ ਇਹ ਵਿੱਚ ਇੰਟਰਵਿਊ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਦੱਸਿਆ ਹੈ ਕਿ ਤੇ ਗਨ ਪਾਉਣ ਦੇ ਵਿੱਚ ਗਨ ਪਾਉਣ ਨਹੀਂ ਇਹ ਕਿਹਾ ਹੈ ਕਿ ਭਾਈ ਉਹ ਬੰਦੂਕ ਲੈ ਕੇ ਤੇ ਇਹਨੂੰ ਆਏਗਾ ਧਰਮ ਪੜਵੇ। ਉਹਨੇ ਇੰਨਾ ਹੀ ਕਹਿਣਾ ਹੈ, ਉਹ ਇੰਨਾ ਹੀ ਕਹਿੰਦੇ ਹਨ ਜੋ ਜੇ आप मेरे साथ नहीं चली तो तेरे सारे परिवार को मार देंगे। क्योंकि इतने जो वातावरण है, वातावरण वही चल रहा है। इतने आज तक कितनी कत्लो गारत हुई पर किसी को सजा नहीं मिली इतने। ਜੀ ਜੀ ਬਿਲਕੁਲ ਜੀ, ਉਹੀ ਗੱਲ ਤਾਂ ਉੱਥੇ ਆ ਗਈ ਕਿ ਬੰਦੂਕ ਦੀ ਨੋਕ ਦੇ ਭਾਵੇਂ ਪਰਿਵਾਰ ਨੂੰ ਮਾਰਨ ਵਾਸਤੇ ਤੇ ਭਾਵੇਂ ਉਹਦੇ ਨਾਲ ਕੁਝ ਗਲਤ ਕਰਨ ਵਾਸਤੇ। ਗੱਲ ਤਾਂ ਫਿਰ ਉਹੀ ਦਹਿਸ਼ਤ ਦੀ ਹੈ, ਅਨਪੜ੍ਹਤਾ ਦੀ ਹੈ, ਜਾਹਲਤਾ ਦੀ ਹੈ ਕਿ ਬੰਦੂਕ ਦੀ ਨੋਕ ਦੇ ਉੱਤੇ ਸਦੀਆਂ ਤੋਂ ਇਹ ਕੰਮ ਅਸੀਂ ਤੇ ਅੱਜ ਵੀ ਉੱਥੇ ਹੀ ਚੱਲਦਾ ਪਿਆ। ਪਰ ਇਹਦੇ ਪੈਰ ਵਿੱਚ ਬੇੜੀਆਂ ਅੱਜ ਤੱਕ ਕੋਈ ਸਰਕਾਰ ਪਾ ਨਹੀਂ ਸਕੀ ਹੈ। ਸਵਾਲ ਵੱਡਾ ਸਰਕਾਰਾਂ ਤੇ ਵੀ ਉੱਠਦਾ ਹੈਗਾ ਕਿ ਸਰਕਾਰਾਂ ਸੁੱਤੀਆਂ ਨੇ। ਸਵਾਲ ਜਥੇਬੰਦੀਆਂ ਤੇ ਵੀ ਉੱਠਦਾ ਹੈ ਕਿ ਜਥੇਬੰਦੀਆਂ ਨੇ ਇਸ ਬਾਰੇ ਅੱਜ ਤੱਕ ਧਿਆਨ ਕਿਉਂ ਨਹੀਂ ਦਿੱਤਾ। ਜਦੋਂ ਪਾਣੀ ਸਿਰ ਤੋਂ ਉੱਤੇ ਨਿਕਲ ਜਾਂਦਾ ਫਿਰ ਜਥੇਬੰਦੀਆਂ ਉੱਠ ਕੇ ਅੱਗੇ ਵਧਦੀਆਂ ਨੇ। ਕਈ ਥਾਵਾਂ ਕਈ ਕੁਝ ਸਿੱਖਾਂ ਦੇ ਨਾਲ ਹੋ ਰਿਹਾ ਹੈ ਪਰ ਜਥੇਬੰਦੀਆਂ ਦੇ ਹੱਥ ਬੱਧੇ ਹੋਏ ਨੇ, ਅੱਖਾਂ ਨੀਵੀਆਂ ਪਾ ਕੇ ਮੂੰਹ ਕੰਨ ਬੰਦ ਕਰਕੇ ਬੈਠੇ ਹੁੰਦੇ ਨੇ। ਸੋ ਧੰਨਵਾਦ ਤੁਹਾਡਾ ਇੱਕ ਵਾਰ ਫੇਰ ਕਰਦੇ ਹਾਂ ਅਸੀਂ। ਤੇ ਆਉਣ ਵਾਲੇ ਸਮਿਆਂ ਵਿੱਚ ਅਸੀਂ ਤੁਹਾਡੇ ਨਾਲ ਹਮੇਸ਼ਾ ਹੀ ਰਾਬਤਾ ਕਾਇਮ ਰੱਖਾਂਗੇ ਤੇ ਤੁਹਾਨੂੰ ਇਸ ਕੇਸ ਦੇ ਬਾਰੇ ਤੇ ਹੋਰ ਜਿਹੜੀਆਂ 2 ਬੱਚਿਆਂ ਦੇ ਬਾਬਤ ਅਸੀਂ ਤੁਹਾਡੇ ਨਾਲ ਅਪਡੇਟ ਤੁਹਾਡੇ ਕੋਲ ਲੈਂਦੇ ਰਵਾਂਗੇ। ਸੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਤੇ ਅਸੀਂ ਬਹੁਤ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਡੀ ਇਸ ਦੁੱਖ ਦੀ ਘੜੀ ਵਿੱਚ ਸਾਡੀ ਢਾਸ ਨੂੰ ਵਧਾਇਆ ਹੈ, ਸਾਨੂੰ ਹੌਸਲੇ ਦਿੱਤੇ ਨੇ ਅਤੇ ਸਾਡੀ ਆਵਾਜ਼ ਜਿਹੜੀ ਹੈ ਇਹ ਹੋਰ ਥਾਵਾਂ ਤੇ ਪਹੁੰਚਾਈ ਹੈ। ਇਸ ਦੇ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਪੰਜਾਬੀ ਵਿਰਾਸਤ ਚੈਨਲ ਹਮੇਸ਼ਾ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਨਾਲ ਹੀ ਰਹੇਗਾ। ਜਦੋਂ ਵੀ ਬੁਲਾਓਗੇ ਅਸੀਂ ਤੁਹਾਡੇ ਨਾਲ ਹੀ ਰਵਾਂਗੇ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਾਂਗੇ। ਇਹ ਤੁਹਾਡੀ ਨਹੀਂ, ਇਹ ਸਾਡੀ ਸਭ ਦੀ ਸਾਂਝੀ ਆਵਾਜ਼ ਹੈ ਤੇ ਇਹਨੂੰ ਜ਼ਰੂਰ ਅਸੀਂ ਬੁਲੰਦ ਕਰਾਂਗੇ। ਸੋ ਆਪ ਜੀ ਵੀ ਜ਼ਰੂਰ ਪ੍ਰੋਗਰਾਮ ਦੇਖਣਾ ਤੇ ਆਪ ਜੀ ਸਮੁੱਚੇ ਸਿੱਖਾਂ ਦੇ ਨਾਲ ਆਪਣਾ ਸਹਿਯੋਗ ਦੇਣਾ, ਕਮੈਂਟ ਕਰਨਾ, ਸਹਿਯੋਗ ਦੇਣਾ। ਸਿਰਫ ਸਹਿਯੋਗ ਨਹੀਂ, ਆਪਣੀ ਆਵਾਜ਼ ਵੀ ਬੁਲੰਦ ਕਰਨਾ ਤੇ ਆਪਣੇ ਹੱਕਾਂ ਵਾਸਤੇ ਜ਼ਰੂਰ ਲੈਣਾ। ਸਾਡੀਆਂ ਧੀਆਂ ਭੈਣਾਂ ਨੇ, ਜੰਮੂ ਕਸ਼ਮੀਰ ਦੇ ਸਿੱਖ ਭਾਈ ਭਰਾ ਹੋਣ, ਕਾਬਲ ਦੇ ਹੋਣ, ਪਾਕਿਸਤਾਨ ਦੇ ਹੋਣ, ਹੈਗੇ ਤਾਂ ਅਸੀਂ ਸਾਰੇ ਇੱਕੋ ਹੀ ਸਿੱਖ, ਇੱਕ ਗੁਰੂ ਕੇ ਸਿੱਖਾਂ। ਇੱਕ ਗੁਰੂ ਸਾਡਾ ਤੇ ਇਸ ਗੁਰੂ ਦੇ ਸਿੱਖਾਂ। ਸਾਡੀਆਂ ਧੀਆਂ ਭੈਣਾਂ ਦੀ ਚੁੰਨੀ ਤੇ ਕੋਈ ਦਾਗ ਆ ਜਾਵੇ, ਸਾਡੀ ਚੁੰਨੀ ਤੇ ਦਾਗ ਲੱਗਦਾ ਹੈ। ਸੋ ਜ਼ਰੂਰ ਇੱਥੇ ਕੋ ਕਹਿੰਦੇ ਹਾਂ, ਸਮਾਂ ਹੋਰ ਅੱਗੇ ਇਜਾਜ਼ਤ ਨਹੀਂ ਦਿੰਦਾ। ਧੰਨਵਾਦ ਆਪ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।